वार्ड नंबर 6 शक्ति नगर तो हरप्रीत कौर। पहले आप सेवा करती थी, अब चुनाव में उतरी हैं। वजह क्या रही है चुनाव में उतरने की? मेरा मकसद यही हैगा सेवा करना। मैं कोई इत्थे चुनाव लड़न नहीं आई, मैं इत्थे सेवा करन आई हैगी। बाकी कुछ ऐदा दे हालात बने सीगे कि मेरी सेवावां ਨੂੰ ਰੋਕਿਆ ਵੀ ਗਿਆ ਸੀਗਾ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਮੈਂ ਪਾਵਰ ਵਿੱਚ ਆ ਜਾਂਦੀ ਹੈਗੀਆਂ ਤੇ ਉਹ ਸੇਵਾਵਾਂ ਹੋਰ ਵੱਧ ਚੜ ਕੇ ਹੋਣਗੀਆਂ। जागो पार्टी में आप पहले शामिल हुई, उसके बाद वहाँ से चुनाव लड़ती हो। जागो पार्टी ही क्यों? ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਸੋਚ ਸੀ ਕਿ ਉਹਨਾਂ ਨੇ ਹਮੇਸ਼ਾ ਔਰਤਾਂ ਨੂੰ ਅੱਗੇ ਰੱਖਿਆ ਤੇ ਮੇਰਾ ਤੇ ਮਕਸਦ ਹੀ ਸੇਵਾ ਕਰਨਾ ਹੈ ਤੇ ਮੈਂ ਇਸ ਕਰਕੇ ਉਹਨਾਂ ਦੀ ਪਾਰਟੀ ਜੁਆਇਨ ਕੀਤੀ ਕਿਉਂਕਿ ਮੈਂ ਸੇਵਾ ਕਰਨੀ ਹੈ, ਮੈਂ ਕੋਈ ਪੋਲਿਟਿਕਸ ਨਹੀਂ ਕਰਨੀ। दिल्ली सिख गुरुद्वारा प्रबंधक कमेटी के चुनाव को लेकर सरगर्मी बढ़ती जा रही है। 25 अप्रैल को वोट डाले जाएंगे, लेकिन उससे पहले उम्मीदवार अपने इलाके में प्रचार के लिए जुट गए हैं। जागो पार्टी से उम्मीदवार हरप्रीत कौर ने DSGMC चुनाव को लेकर पंजाब केसरी और नवोदय टाइम्स से खास बातचीत की। आप देख रहे हैं नवोदय टाइम्स पंजाब केसरी टीवी। दिल्ली सिख गुरुद्वारा मैनेजमेंट कमेटी के चुनाव की वोटिंग 25 तारीख को होगी। उससे पहले सभी उम्मीदवार अपनी किस्मत आजमा रहे हैं। अगर बात करें शक्तिनगर सीट की, शक्तिनगर सीट वार्ड नंबर 6 से जागो पार्टी की उम्मीदवार हरप्रीत कौर पहले तो बच्चों को कीर्तन सिखलाती थी और साथ ही साथ वृद्धा आश्रम में सेवा भी की है, लेकिन अब चुनाव में उतरकर अपनी किस्मत आजमा रही हैं। हमारे साथ खुद हरप्रीत कौर जी मौजूद हैं। हरप्रीत कौर जी पहले सेवा करती रही हैं, लेकिन चुनाव में आने का कारण क्या है? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰਡ ਨੰਬਰ 6 ਸ਼ਕਤੀਨਗਰ ਤੋਂ ਹਰਪ੍ਰੀਤ ਕੌਰ। ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਸੀਗੀ ਕਿ ਬਹੁਤ ਸਾਲਾਂ ਤੋਂ 20-22 ਸਾਲ ਹੋ ਗਏ ਸੀ ਬੱਚਿਆਂ ਨੂੰ ਕੀਰਤਨ ਬਾਣੀ ਨਾਲ ਜੋੜਨਾ, ਗੱਤਕੇ ਲਈ ਪ੍ਰੇਰਿਤ ਕਰਨਾ ਕਿ ਜੋ ਅੱਜ ਕੱਲ੍ਹ ਦੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਾਸਤੇ ਗੱਤਕਾ ਕਿੰਨਾ ਜ਼ਰੂਰੀ ਹੈ ਉਸ ਲਈ ਪ੍ਰੇਰਿਤ ਕਰਨਾ। ਹੋਰ ਬੱਚਿਆਂ ਵਾਸਤੇ ਐਜੂਕੇਸ਼ਨ ਕੈਂਪ ਲਗਾਉਣੇ। ਉਹਨਾਂ ਨੂੰ ਵੇਖਦੇ ਹੋਏ ਅਗਰ ਮੈਨੂੰ ਇਹ ਰਾਸਤਾ ਮੈਨੂੰ ਮਿਲਿਆ ਹੈ ਚੁਣਾਵ ਵਿੱਚ ਆਉਣ ਦਾ ਤੇ ਮਹਾਰਾਜ ਬਖਸ਼ਿਸ਼ ਕਰਨ ਕਿ ਅਗਰ ਇਹ ਸੇਵਾ ਦਾ ਮੌਕਾ ਮਿਲਦਾ ਹੈ ਤੇ ਮੈਂ ਅੱਗੇ ਵੀ ਹੋਰ ਵੱਧ ਚੜ ਕੇ ਇਹ ਸੇਵਾਵਾਂ ਕਰਨਾ ਚਾਹਾਂਗੀ। लेकिन अगर बात करें, पहले आप सेवा करती थी, अब चुनाव में उतरी हैं। वजह क्या रही है चुनाव में उतरने की? ਵੀਰ ਜੀ ਮੇਰਾ ਮਕਸਦ ਇਹੀ ਹੈਗਾ ਸੇਵਾ ਕਰਨਾ। ਮੈਂ ਕੋਈ ਇੱਥੇ ਚੁਣਾਵ ਲੜਨ ਨਹੀਂ ਆਈ, ਮੈਂ ਇੱਥੇ ਸੇਵਾ ਕਰਨ ਆਈ ਹੈਗੀ ਹਾਂ। ਸ਼ੁਰੂ ਤੋਂ ਮੇਰਾ ਮਕਸਦ ਜੀਵਨ ਦਾ ਸੇਵਾ ਕਰਨਾ ਸੀ ਤੇ ਅੱਗੇ ਵੀ ਮਹਾਰਾਜ ਸੇਵਾ ਹੀ ਕਰਾਣ। ਬਾਕੀ ਕੁਝ ਐਦਾਂ ਦੇ ਹਾਲਾਤ ਬਣੇ ਸੀਗੇ ਕਿ ਮੇਰੀ ਸੇਵਾਵਾਂ ਨੂੰ ਰੋਕਿਆ ਵੀ ਗਿਆ ਸੀਗਾ, ਭਾਵੇਂ ਉਹ ਓਲਡ ਏਜ ਹੋਮ ਦੀ ਸੇਵਾ ਸੀਗੀ ਜਾਂ ਬੱਚਿਆਂ ਨੂੰ ਕੀਰਤਨ ਸਿਖਲਾਈ ਦੀ ਸੇਵਾ, ਬੱਚਿਆਂ ਦੇ ਕੈਂਪ ਲਗਾਉਣੇ, ਉਹ ਸੇਵਾ ਉਹ ਰੋਕੀ ਵੀ ਜਾ ਰਹੀ ਸੀ। ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਮੈਂ ਪਾਵਰ ਵਿੱਚ ਆ ਜਾਂਦੀ ਹੈਗੀਆਂ ਤੇ ਉਹ ਸੇਵਾਵਾਂ ਹੋਰ ਵੱਧ ਚੜ ਕੇ ਹੋਣਗੀਆਂ। अब जागो पार्टी में आप पहले शामिल हुई, उसके बाद वहाँ से चुनाव लड़ रही हो। जागो पार्टी ही क्यों? ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਸੋਚ ਸੀ ਕਿ ਉਹਨਾਂ ਨੇ ਹਮੇਸ਼ਾ ਔਰਤਾਂ ਨੂੰ ਅੱਗੇ ਰੱਖਿਆ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਉਸੇ ਫਲਸਫੇ ਨੂੰ ਅੱਗੇ ਵਧਾਉਂਦੇ ਹੋਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰਤਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੀ, ਬਾਣੇ ਨਾਲ ਜੋੜਿਆ। ਮਾਈ ਭਾਗੋ ਜੀ ਉਹ ਯੁੱਧ ਦੇ ਮੈਦਾਨ ਵਿੱਚ ਖੜੀ ਹੋਈ। ਉਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਮਨਜੀਤ ਸਿੰਘ ਜੀਕੇ ਜੀ ਨੇ ਅੱਜ 5 ਔਰਤਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵਿੱਚ ਖੜਾ ਕੀਤਾ ਹੈ। ਹੋਰ ਮੈਂ ਇੱਕ ਇਹ ਚੀਜ਼ ਦੇਖੀ ਕਿ ਮਨਜੀਤ ਸਿੰਘ ਜੀਕੇ ਜੀ ਦੇ ਪਿਤਾ ਜੀ ਜਥੇਦਾਰ ਸੰਤੋਖ ਸਿੰਘ ਜੀ, ਉਹਨਾਂ ਨੇ ਵੀ ਪੰਥ ਦੀ ਸੇਵਾ ਹੀ ਕੀਤੀਆਂ ਸੀ। ਅੱਗੇ ਉਸੇ ਦੌੜ ਨੂੰ ਨਿਭਾਉਂਦੇ ਹੋਏ ਮਨਜੀਤ ਸਿੰਘ ਜੀਕੇ ਜੀ ਨੇ ਵੀ ਅੱਗੇ ਸੇਵਾਵਾਂ ਨਿਭਾਈਆਂ ਤੇ ਮੇਰਾ ਤੇ ਮਕਸਦ ਹੀ ਸੇਵਾ ਕਰਨਾ ਹੈ ਤੇ ਮੈਂ ਇਸ ਕਰਕੇ ਉਹਨਾਂ ਦੀ ਪਾਰਟੀ ਜੁਆਇਨ ਕੀਤੀ ਕਿਉਂਕਿ ਮੈਂ ਸੇਵਾ ਕਰਨੀ ਹੈ,
ਮੈਂ ਕੋਈ ਪੋਲਿਟਿਕਸ ਨਹੀਂ ਕਰਨੀ, ਇਸ ਲਈ ਮੈਂ ਉਹਨਾਂ ਦੀ ਪਾਰਟੀ ਜੁਆਇਨ ਕੀਤੀ ਸੀ, ਉਹਨਾਂ ਦੀ ਸੇਵਾਵਾਂ ਨੂੰ ਦੇਖते हुए। अच्छा, अगर शक्ति नगर की बात करें, वार्ड नंबर 6 की, तो लगातार बहुत बड़ा एरिया है। लोकल मुद्दे क्या हैं इस वार्ड में अगर बात करें तो? ਵਾਰਡ ਨੰਬਰ 6 ਬਹੁਤ ਵੱਡਾ ਏਰੀਆ ਹੈ। ਹੋਰ ਇੱਥੇ ਬਹੁਤ ਜੋ ਮੈਂ ਦੇਖਿਆ ਹੈਗਾ, ਮੈਂ ਜਦੋਂ ਵੋਟ ਬਣਾਉਣ ਗਈ ਸੀ, ਅੱਜ ਕੱਲ੍ਹ 21ਵੀਂ ਸਦੀ ਵਿੱਚ 19 ਸਾਲ ਦੀ ਬੱਚੀ ਮੇਰੀ ਅੰਗੂਠਾ ਲਗਾ ਰਹੀ ਹੈ, ਸਿੱਖ ਬੱਚੀ। ਹੋਰ ਕਿੰਨੇ ਸਾਰੇ ਮੈਂ ਬੱਚੇ ਦੇਖੇ ਜੋ ਸੜਕਾਂ 'ਤੇ ਰੁਲਦੇ ਪਏ, ਉਹਨਾਂ ਕੋਲ ਕੋਈ ਐਜੂਕੇਸ਼ਨ ਨਹੀਂ ਸੀਗੀ। ਮੇਰਾ ਮਨ ਬਹੁਤ ਦੁਖਿਆ ਕਿ ਸਾਡੀ ਸਿੱਖੀ ਸਿਰਫ ਫੀਸਾਂ ਮਾਫ ਕਰਨ ਤੱਕ ਹੀ ਰਹਿ ਗਈ। ਅੱਗੇ ਹੋਰ ਉਹਨਾਂ ਨੂੰ ਕੌਣ ਦੇਖੇਗਾ ਜਿਹੜੇ ਬੱਚੇ ਬਿਲਕੁਲ ਪੜ੍ਹ ਹੀ ਨਹੀਂ ਪਾ ਰਹੇ, ਜਿਹੜੇ ਸਾਡੇ ਮੌਜੂਦਾ ਜਿਹੜੇ ਮੈਂਬਰਸ ਨੇ ਉਹਨਾਂ ਤੱਕ ਪਹੁੰਚ ਰਹੇ ਨੇ, ਬਸ ਉਹਨਾਂ ਦੀ ਫੀਸ ਮਾਫ ਹੋ ਰਹੀ ਹੈ, ਲੇਕਿਨ ਉਹ ਕਿਸ ਲੈਵਲ ਮਤਲਬ ਕਿਹੜੀ ਐਜੂਕੇਸ਼ਨ ਲੈ ਰਹੇ ਨੇ, ਮੀਨਸ ਪੜ੍ਹ ਵੀ ਰਹੇ ਨਹੀਂ ਪੜ੍ਹ ਰਹੇ, ਉਹਨਾਂ ਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ। ਮੇਨ ਮਕਸਦ ਇਹੀ ਹੈਗਾ ਕਿ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਪਾ ਰਹੀ। ਜਿਸ ਤਰੀਕੇ ਦੇ ਹੁਣੇ ਕੋਵਿਡ ਦੇ ਹਾਲਾਤ ਬਣੇ ਹੋਏ ਨੇ, ਲੋਕਾਂ ਦੇ ਘਰ ਤੰਗੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਔਰਤਾਂ ਕੁਝ ਵੀ ਨਹੀਂ ਕਰ ਪਾ ਰਹੀਆਂ। ਜਿਹੜਾ ਅੱਜ ਕੱਲ੍ਹ ਦਾ ਹੁਣ ਦੌਰ ਹੈ ਪੂਰੇ ਸੰਸਾਰ ਵਿੱਚ ਵੂਮਨ ਐਮਪਾਵਰਮੈਂਟ ਦੀ ਲਹਿਰ ਚੱਲ ਰਹੀ ਹੈ, ਮੈਂ ਆਪਣੀ ਭੈਣਾਂ ਦਾ ਪਿਲਰ ਬਣਨਾ ਚਾਹੁੰਦੀ ਹੈਗੀ ਹਾਂ। ਉਹਨਾਂ ਦੇ ਹੁਨਰ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ, ਉਹਨਾਂ ਦਾ ਹੁਨਰ ਡਿਵੈਲਪ ਕਰਨਾ ਚਾਹੁੰਦੀ ਹਾਂ, ਤਾਂ ਕਿ ਇਸ ਮਾਹੌਲ ਵਿੱਚ ਵੀ ਉਹ ਇਸ तंगी ਦੇ ਸਮੇਂ ਦਾ ਵੀ ਡਟ ਕੇ ਮੁਕਾਬਲਾ ਕਰ ਸਕਣ। अगर बात करें, डोर टू डोर कैंपेन चल रहे हैं, प्रचार चल रहा है, किस तरीके का जो रिस्पॉन्स है वो आप लोग को मिल रहा है? भाई जी बहुत अच्छा रिस्पॉन्स हैगा, जिथे भी जा रहे हैं संगत बहुत ज़्यादा प्यार दे रही है, बहुत मान सत्कार दे रही है, क्योंकि एक औरत होने के नाते एक औरत ही औरत का दुख समझ सकती है। उस सोच नूं लैके ਜਿਹੜੀ ਮੇਰੀ ਭੈਣਾਂ ਨੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ, ਔਰ ਸਾਰੀ ਸੰਗਤ ਮੈਨੂੰ ਬਹੁਤ ਪਿਆਰ ਦੇ ਰਹੀ ਹੈ, ਬਹੁਤ ਅਸੀਸਾਂ ਦੇ ਰਹੀ ਹੈਗੀ ਹੈ, ਕਿਉਂਕਿ ਸੰਗਤ ਇੱਕ ਚੇਂਜ ਵੀ ਚਾਹੁੰਦੀ ਹੈਗੀ ਹੈ। चैलेंजिंग है कुछ इस सीट पर? ਵੀਰ ਜੀ ਮੈਂ ਪਹਿਲਾਂ ਵੀ ਕਿਹਾ ਕਿ ਇੱਥੇ ਮੈਂ ਲੜਨ ਨਹੀਂ ਆਈ ਹੈਗੀ ਹਾਂ, ਮੈਂ ਸੇਵਾ ਕਰਨ ਆਈ ਹਾਂ, ਅਤੇ ਜੋ ਚੈਲੰਜ ਆਉਣਗੇ ਮੈਨੂੰ ਸਭ ਮਨਜ਼ੂਰ ਹੈਗੇ ਨੇ, ਕੋਈ ਦਿੱਕਤ नहीं है। मैं डट के खड़ी हाँ, मैं गुरु गोबिंद सिंह जी की धी हाँ, तो मैं हर चैलेंज का डट के मुकाबला करांगी। मैडम, अगर बात करें, दिल्ली में कोरोना के केस लगातार बढ़ रहे हैं, क्या लगता है कि आप लोगों से किस तरीके से अपील करेंगे? साथ संगत जी, मैं यही बेनती करांगी कि वोट पाना साडा हक है, तो असी वोट जरूर पाना है, और कोविड नूं मद्देनज़र रखते हुए असी मास्क लगा के ते सैनिटाइज़र लैके जाना हैगा। और मैं हरप्रीत कौर जो पिछले इन्ने सालों तो सेवावां विच लगी हाँ, अगर आप संगत जी चाहते हो कि यह सेवावां होर बढ़ चढ़ के होण, तो प्लीज़ आप किताब ते मोहर लगा के पंथ नूं चढ़दी कला वल लैके जाओ जी। वाहिगुरू जी का खालसा, वाहिगुरू जी की फतेह। तो बिल्कुल ये थी हरप्रीत कौर, जिन्होंने नवोदय टाइम्स पंजाब केसरी से खास बातचीत की। दिल्ली से कमल कुमार कंसल, नवोदय टाइम्स पंजाब केसरी टीवी। हमसे जुड़े रहने के लिए हमारे YouTube चैनल को सब्सक्राइब करें और नई वीडियो की नोटिफिकेशन के लिए बेल आइकॉन को दबाएं। अगर आप ये वीडियो Facebook पर देख रहे हैं तो लाइक जरूर करें और ज्यादा से ज्यादा शेयर करें। धन्यवाद।